ਮੇਰੇ ਹਿਸਾਬ ਨਾਲ ਤਾਂ ਇਹ ਸੈਂਟਰ ਨਾਲ ਮਿਲ ਜਾਂਦੇ ਆ, ਮਿਲ ਕੇ ਉੱਥੇ ਜੋ ਸੈਂਟਰ ਕਹਿੰਦਾ ਉਹੀ ਕਰਦੇ ਆ, ਆਪਣਾ ਨਿੱਜ ਫਾਇਦਾ ਕੱਢ ਲੈਂਦੇ ਆ, ਆਪਣੀਆਂ ਜਾਇਦਾਦਾਂ ਵਧਾ ਲੈਂਦੇ ਆ, ਆਪਣੇ ਕਾਰੋਬਾਰ ਚਲਾ ਲੈਂਦੇ ਹੈਗੇ ਆ, ਇੱਥੇ ਅੱਖਾਂ 'ਚ ਧੂੜ ਪਾ ਕੇ ਆਪਣਾ ਚੱਲਦੇ ਬਣਦੇ। ਹੁਣ 12-13 ਸਾਲ ਸਾਡਾ ਚੋਣ ਨਹੀਂ ਹੋਇਆ ਹੈਗਾ, ਫਿਰ ਇਹ ਪ੍ਰਧਾਨ ਕਿਵੇਂ ਹੈ? ਇਹ ਪ੍ਰਧਾਨ ਕਿਹਦਾ ਹੈ? ਚੁਣਿਆ ਤਾਂ ਅਸੀਂ ਹੈ ਨਹੀਂ ਗਾ, ਇਹ ਆਪਣੇ ਆਪ ਹੀ ਸਰਕਾਰ ਬਣਾਈ ਜਾਂਦੀ ਹੈ, ਫਿਰ ਸਰਕਾਰੀ ਪ੍ਰਧਾਨ ਹੈ। ਆਪਾਂ ਕਹੀ ਜਾਂਦੇ ਆ ਕਿ ਉਹਦਾ ਅਪਮਾਨ ਹੋ ਗਿਆ, ਉਹਦਾ ਅਪਮਾਨ ਹੋ ਗਿਆ, ਪਰ ਕਿੰਨਾ ਅਪਮਾਨ ਉਹਨਾਂ ਨੇ ਸੰਗਤ ਦਾ ਕੀਤਾ ਹੈ? ਦੱਸੋ ਤੁਸੀਂ ਕੀ ਕੀਤਾ ਹੈਗਾ? ਆਪਣੀ ਕਾਰਜਕਾਰੀ ਕੀ ਕੀਤੀ ਹੈ? 328 ਸਰੂਪ ਕਿੱਥੇ ਹੈ? ਫਿਰ ਤੁਸੀਂ ਕਹਿੰਦੇ ਹਾਏ ਸਾਨੂੰ ਮਾਰਤਾ ਕੁੱਟਤਾ। ਇਹ ਕੋਈ ਗੱਲ ਹੈ? ਅਮਨ ਪਸੰਦ ਤਰੀਕੇ ਨਾਲ ਜਿਉਣ ਦਾ ਦਿੰਦੀ ਨਹੀਂ ਸਰਕਾਰ, ਫਿਰ ਸਾਡੇ ਉੱਤੇ ਇਲਜ਼ਾਮ ਕਿਵੇਂ ਲੱਗ ਸਕਦਾ ਕਿ ਤੁਸੀਂ ਆਪਣਾ ਗੁੱਸਾ ਪ੍ਰਗਟ ਕਰਦੇ ਹੋ? ਉਹ ਤਾਂ ਹੋਣਾ ਹੀ ਹੈ। ਗਿਵ ਅਸ ਡੈਮੋਕ੍ਰੇਸੀ, ਗਿਵ ਅਸ ਫਰੀडम, ਗਿਵ ਅਸ ਪੀਸ, ਵੀ ਵਿਲ ਐਕਸੈਪਟ ਇਟ। ਪਰ ਜੇ ਤੁਸੀਂ ਜਬਰੀ ਸਵਾਲ ਕਰਨ ਦਾ ਹੱਕ ਹੈ, ਗੱਡੀ ਤੋੜਨ ਦਾ। ਜਾ ਕੇ ਸੰਗਤ ਦੇ ਸਾਹਮਣੇ ਪੇਸ਼ ਹੋ, ਉਹਨਾਂ ਦਾ ਫਤਵਾ ਲਓ, ਫਿਰ ਆਪਣਾ ਪ੍ਰਧਾਨ ਚੁਣੋ। ਜੇ ਤੁਸੀਂ ਸੰਗਤ ਕੋਲੇ ਜਾਣਾ ਨਹੀਂ, ਆਪਸ 'ਚ ਵੰਡੀ ਜਾਣੀ ਹੈ ਪ੍ਰਧਾਨਗੀ। ਇੱਕ ਵਾਰੀ ਬੀਬੀ ਬਣ ਗਈ, ਇੱਕ ਵਾਰੀ ਉਹ ਉਦੋਂ ਜਦ ਮੈਂ ਬਣੀ ਸੀ ਉਦੋਂ ਲਿਫਾਫੇ 'ਚ ਨਹੀਂ ਨਿਕਲੀ, ਹੁਣ ਲਿਫਾਫੇ 'ਚੋਂ ਨਿਕਲ ਰਿਹਾ। ਇਹ ਸਟੰਟ ਹੈ। ਗੁਰੂ ਨਾਨਕ ਦੇਵ ਜੀ ਨੇ ਇੱਕ ਸਿੱਖ ਦੀ ਗੱਲ ਕੀਤੀ, ਸਭ ਦੀ ਮਤਲਬ ਧਰਮਾਂ ਨੂੰ ਇੱਕ ਕਰਤਾ ਸੀ। ਮਤਲਬ ਕੋਈ ਅਜਿਹੀ ਗੱਲ ਨਹੀਂ ਕੀਤੀ ਵੀ ਇਹ ਇਸ ਧਰਮ ਦਾ ਹੈ, ਇਸ ਧਰਮ ਦਾ, ਜਾਤ ਪਾਤ ਮਿਟਾ ਦਿੱਤੀ ਸੀ। ਜਿਵੇਂ ਤੁਸੀਂ ਗੱਲ ਕਰ ਰਹੇ ਹੋ, ਇਹੀ ਗੱਲ ਰਾਹੁਲ ਗਾਂਧੀ ਕਰਦੇ ਨਜ਼ਰ ਆਉਂਦੇ ਨੇ। ਉਹ ਵੀ ਕਹਿੰਦੇ ਨੇ ਕਿ ਮੋਦੀ ਨੇ ਅਜਿਹਾ ਕੀਤਾ ਹੋਇਆ, ਆਪਣੇ ਟੀਵੀ ਚੈਨਲਾਂ 'ਤੇ ਇਹ ਦਿਖਾ ਰਹੇ ਨੇ ਕਿ ਹਿੰਦੂ ਮੁਸਲਿਮ ਦੀ ਲੜਾਈ ਹੋ ਰਹੀ ਹੈ, ਹਿੰਦੂ ਮੁਸਲਿਮ। ਤਾਂ ਫਿਰ ਕੀ ਲੱਗਦਾ ਹੈ? ਕਹਿੰਦੇ ਵੀ ਜਦੋਂ ਮੈਂ ਦੇਖਿਆ, ਮੈਂ ਭਾਰਤ ਜੋੜੋ ਯਾਤਰਾ ਕੀਤੀ, ਮੈਨੂੰ ਤਾਂ ਕਿਤੇ ਨਜ਼ਰ ਨਹੀਂ ਆਇਆ ਕਿਤੇ ਹਿੰਦੂ ਲੜ ਰਿਹਾ, ਕਿਤੇ ਕੋਈ ਮੁਸਲਮਾਨ ਲੜ ਰਿਹਾ, ਕੋਈ ਸਿੱਖ ਲੜ ਰਿਹਾ। ਰਾਜੀਵ ਗਾਂਧੀ ਨੇ ਜਦ 3 ਦਿਨ ਸਿੱਖਾਂ ਦਾ ਕਤਲੇਆਮ ਆਇਆ ਸੀ, ਉਦੋਂ ਇਹਨੇ ਅੱਖਾਂ ਬੰਦ ਕਰਕੇ ਸਾਡੇ ਜਿੱਥੇ ਦਿੱਲੀ ਦੇ ਵਿੱਚ BSF, ITBP, CRPF, ਆਰਮੀ, ਨੇਵੀ, 에ਅਰਫੋਰਸ ਸਾਰੀਆਂ ਫੋਰਸਾਂ ਸੀਗੀਆਂ, 3 ਦਿਨ ਆਪਣੇ ਬੈਰਕਾਂ 'ਚ ਰਹੀਆਂ ਹੈਗੀਆਂ। ਇਹਨੇ ਤਾਂ ਸ਼ਰੇਆਮ ਕਤਲੇਆਮ ਕਰਾਇਆ ਹੈਗਾ, ਇਹਨੂੰ ਤਾਂ ਉਹ ਵੀ ਨਹੀਂ ਯਾਦ ਹੈਗਾ। ਤੇ ਜਿਹੜੀ ਬੁੱਚੜਬਾਜੀ ਇਹਨਾਂ ਦੇ ਰਾਜ ਦੇ ਵਿੱਚ, ਕਾਂਗਰਸ ਦੇ ਸਰਕਾਰ ਦੇ ਵਿੱਚ, ਜਦ ਮਸਜਿਦ ਢਾਇਆ ਸੀਗਾ ਅਯੋਧਿਆ ਦਾ, ਇਹਨਾਂ ਦੀ ਸਰਕਾਰ ਸੀ, ਇਹਨਾਂ ਨੇ ਉੱਥੇ ਨਹੀਂ ਰੋਕ ਪਾਈ। ਇਹ ਬੜੇ ਅੰਨੇ ਹੋਏ ਆ, ਬੋਲੇ ਹੋਏ ਆ। ਇਹਨਾਂ ਨੂੰ ਦਿਖਦਾ ਸੁਣਦਾ ਕੁਛ ਨਹੀਂ ਹੈਗਾ। ਇਹਨਾਂ ਨੇ ਜਿੱਤ ਕੇ ਫੇਰ ਉਹੀ ਕੰਮ ਕਰਨਾ ਹੈਗਾ। ਆ ਹੋਂਦ ਚਿੱਲੜ ਤੁਸੀਂ ਚਲੇ ਜਾਓ, ਉੱਥੇ ਸਿੱਖ ਵੱਢ ਕੇ ਮਾਰ ਕੇ ਸੁੱਟਦੇ ਸੀਗੇ। ਇੱਧਰ ਜੰਮੂ ਕਸ਼ਮੀਰ 'ਚ ਚਲੇ ਜਾਓ, ਉੱਥੇ ਚਿੱਟੀ ਸਿੰਘਪੁਰਾ 'ਚ ਸਾਨੂੰ ਵੱਢ ਕੇ ਮਾਰਤਾ। UP 'ਚ ਚਲੇ ਜਾਓ, ਥਾਂ ਸਾਡੀ ਬੁੱਚੜਬਾਜੀ ਹੋਈ ਹੈ, ਹਿਮਾਚਲ 'ਚ ਹੋਈ ਹੈ। ਤੇ ਇਹ ਸਾਰੀਆਂ ਚੀਜ਼ਾਂ ਹੁਣ ਅਸੀਂ ਭੁੱਲ ਜਾਈਏ? ਬਿਲਕੁਲ ਨਹੀਂ। ਇਹ ਬਿਲਕੁਲ ਇਤਿਹਾਸ, ਗੈਰ ਇਤਿਹਾਸਿਕ ਗੱਲਾਂ ਕਰ ਰਿਹਾ। ਬਾਰ-ਬਾਰ ਦੁਹਰਾਇਆ ਜਾ ਰਿਹਾ ਹੈ ਕਿ ਉਰੇ ਜਦ ਬਾਦਲ ਦਲ ਦੇ ਨੁਮਾਇੰਦੇ ਆਏ ਹੈ ਜਾਂ RSS BJP ਦੇ ਨੁਮਾਇੰਦੇ ਆਏ ਹੈ, ਉਹਨਾਂ ਦੇ ਨਾਲ ਨਾਰਾਜ਼ਗੀ ਪੇਸ਼ ਕੀਤੀ ਗਈ ਹੈ। ਇਹ ਪਹਿਲੀ ਵਾਰ ਨਹੀਂ ਹੋਇਆ। ਜਦ ਕਿਸਾਨੀ ਮੋਰਚਾ ਸ਼ੁਰੂ ਹੋਇਆ ਸੀ, ਉੱਥੇ ਵੀ ਜਿੱਥੇ ਬਾਦਲ ਕੇ ਆਪਣੀ ਚੌਧਰ ਲੈ ਕੇ ਜਾਂਦੇ ਸੀ, ਉਹਨਾਂ ਨੂੰ ਸੰਗਤਾਂ ਨੇ ਇਨਕਾਰ ਕੀਤਾ ਸੀ, ਪਰ ਮੋਰਚਾ ਸਫਲ ਰਿਹਾ ਸੀ ਤੇ ਚੱਲਿਆ ਗਿਆ, ਕਿਉਂਕਿ ਉਹ ਮੁੱਦਾ ਸਹੀ ਸੀ। ਇਸ ਵਾਰੀ ਮੁੱਦਾ ਵੀ ਸਹੀ ਹੈ। ਇਹਨਾਂ ਦੇ ਜਿਹੜੇ ਆਣ ਤੇ ਇਹਨਾਂ ਨੇ ਹੰਕਾਰ ਦਿਖਾਇਆ, ਔਰ ਜਿਹੜੇ ਦਲ ਨਾਲ ਸੰਬੰਧਿਤ ਹੈ, ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਗਲਤੀਆਂ ਕਰਕੇ ਅੱਜ ਇਸ ਸਥਿਤੀ 'ਚ ਸਾਨੂੰ ਫਸਾਇਆ ਹੋਇਆ, ਇਹ ਉਹਦਾ ਨਤੀਜਾ ਹੈ। ਇਹਦੇ ਨਾਲ ਮੋਰਚਾ ਨਹੀਂ ਖਤਮ ਹੋਣਾ। ਪੰਜਾਬੀ ਲੋਕ ਚੈਨਲ ਦੇ ਨਾਲ ਤੁਸੀਂ ਜੁੜੇ ਹੋਏ ਹੋ। ਮੈਂ ਹਾਂ ਤੁਹਾਡੇ ਨਾਲ ਜਗਸੀਰ ਸਿੰਘ। ਕੌਮੀ ਇਨਸਾਫ ਮੋਰਚਾ ਲਗਾਤਾਰ SS ਨਗਰ ਅਤੇ ਚੰਡੀਗੜ੍ਹ ਬਾਰਡਰ ਤੇ ਚੱਲਦਾ ਨਜ਼ਰ ਆ ਰਿਹਾ। ਤਾਂ ਉੱਥੇ ਅਗਰ ਜੇ ਗੱਲ ਕੀਤੀ ਜਾਵੇ, ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕਿ ਇਨਸਾਫ ਦਿੱਤਾ ਜਾਵੇ, ਪਰ ਇੱਥੇ ਤਸਵੀਰਾਂ ਵੀ ਵੱਖਰੀਆਂ ਦੇਖਣ ਨੂੰ ਮਿਲਦੀਆਂ ਨੇ। ਜਦੋਂ ਇਨਸਾਫ ਲਈ ਕੋਈ ਆਉਂਦਾ ਹੈ, ਕੋਈ ਬਹਿੰਦਾ ਹੈ, ਕਈ ਵਾਰ ਵਿਰੋਧ ਵੀ ਹੁੰਦੇ ਨੇ, ਪਰ ਉਹਨਾਂ ਤੋਂ ਸਵਾਲ ਪੁੱਛੇ ਜਾਂਦੇ ਨੇ ਕਿ ਜਵਾਬ ਦਿੱਤੇ ਜਾਣ, ਪਰ ਤਸਵੀਰ ਵੱਖਰੀ ਹੋ ਜਾਂਦੀ ਹੈ। ਸਾਡੇ ਨਾਲ ਇਮਾਨ ਸਿੰਘ ਜੀ ਮਾਨ ਨੇ, ਤਾਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਕਿਵੇਂ ਦੇਖਦੇ ਨੇ ਮੋਰਚੇ ਨੂੰ। ਇਹ ਵੀ ਸ਼ਮੂਲੀਅਤ ਕਰਨ ਲਈ ਪਹੁੰਚੇ ਨੇ, ਲਗਾਤਾਰ ਮੋਰਚਾ ਇੱਥੇ ਲੱਗਿਆ ਹੋਇਆ। ਇਹਨਾਂ ਦੇ ਵੀ ਜਿਹੜੀ ਜਥੇਬੰਦੀ ਇੱਥੇ ਬੈਠੀ ਹੋਈ ਹੈ। ਮਾਨ ਜੀ, ਕਿਵੇਂ ਦੇਖਦੇ ਹੋ ਅੱਜ ਸ਼ਮੂਲੀਅਤ ਕਰਨ ਪਹੁੰਚੇ ਹੋ? ਤਾਂ ਲਗਾਤਾਰ ਸਿਮਰਨਜੀਤ ਸਿੰਘ ਮਾਨ ਜੀ ਵੀ ਸਪੋਰਟ ਕਰ ਰਹੇ ਨੇ, ਤੁਸੀਂ ਵੀ ਸਪੋਰਟ ਕਰ ਰਹੇ ਹੋ, ਤੁਹਾਡੇ ਜਿਹੜੇ ਵਰਕਰ ਨੇ ਉਹ ਵੀ ਸਪੋਰਟ ਕਰ ਰਹੇ ਨੇ। ਤੁਸੀਂ ਕਿਵੇਂ ਦੇਖਦੇ ਹੋ ਮੋਰਚੇ ਨੂੰ? ਕਿਵੇਂ ਦੀ ਤਸਵੀਰ ਲੱਗੀ ਅੱਜ, ਜਿਵੇਂ ਤੁਸੀਂ ਆ ਕੇ ਵਾਚ ਕੀਤਾ ਸਾਰਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਗਾਤਾਰ ਇਸ ਦੇਸ਼ ਨੇ ਸਿੱਖਾਂ ਨਾਲ ਵਿਤਕਰਾ ਕੀਤਾ ਹੈ। ਜੇ ਸਾਡਾ ਵੰਡ ਹੋਈ ਹੈ ਦੇਸ਼ ਦੀ, ਉਹਦੇ ਵਿੱਚ ਨਨਕਾਣਾ ਸਾਹਿਬ ਤੇ ਸਾਡੇ ਮੁੱਖ ਗੁਰਧਾਮ, ਇਹ ਦੇਸ਼ ਉੱਥੇ ਦੂਜੇ ਪਾਸੇ ਛੱਡ ਕੇ ਆਇਆ ਹੈਗਾ। ਇੱਥੇ ਆਏ ਤੇ ਸਾਨੂੰ ਮੁਜਲਾਇਮ ਪੇਸ਼ਾ ਕੌਮ ਕਹਿਤਾ ਹੈਗਾ। ਭਾਰਤ ਦਾ ਸੰਵਿਧਾਨ ਬਣਿਆ ਜਿੱਥੇ ਗੁਰੂ ਨਾਨਕ ਸਾਹਿਬ ਨੇ ਕਾਲੀ ਬੈਂ ਚੋਂ ਨਿਕਲ ਕੇ ਕਿਹਾ ਸੀਗਾ, ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ, ਤੇ ਸਿੱਖੀ ਨੂੰ ਵੱਖਰੀ ਲਈ ਤੇ ਤੋਰਿਆ ਹੈਗਾ। ਇਹ ਧਾਰਾ 25 ਨੇ ਸਾਨੂੰ ਹਿੰਦੂ ਧਰਮ ਦੇ ਵਿੱਚ
ਸ਼ਮੂਲੀਅਤ ਕਰਨ ਦਾ ਇਹਨਾਂ ਨੇ ਆਪਣੇ ਕਨਸਟੀਟਿਊਸ਼ਨ 'ਚ ਵੀ ਪਾਤਾ ਹੈਗਾ। ਜਿੱਥੇ ਤੱਕ ਸਾਡੇ ਹੱਕ ਹਕੂਕ ਦੀ ਗੱਲ ਹੈ, ਮਨੁੱਖੀ ਅਧਿਕਾਰਾਂ ਦੀ ਗੱਲ ਹੈ, ਉਹਦੇ ਵਿੱਚ ਸਾਡੇ ਸਟੇਟ ਦੇ ਉੱਤੇ ਲਗਾਤਾਰ ਕੋਈ ਨਾ ਕੋਈ ਹਿਊਮਨ ਰਾਈਟਸ ਪਾਰਟ 3 ਦੇ ਉੱਤੇ ਪਾਬੰਦੀਆਂ, ਟਾਡਾ, ਡਿਸਟਰਬਡ ਏਰੀਆ ਐਕਟ, ਪੋਟਾ, ਇਹੋ ਜਿਹੀਆਂ ਕਾਨੂੰਨ ਲਾ ਕੇ ਸਾਡੇ ਮਨੁੱਖੀ ਅਧਿਕਾਰ ਵੀ ਖਤਮ ਕਰਕੇ ਸਾਨੂੰ ਸਜ਼ਾਵਾਂ ਦਿੱਤੀਆਂ ਗਈਆਂ। ਇਸ ਤੋਂ ਉੱਤੇ ਪੁਲਿਸ ਨੂੰ ਖੁੱਲ੍ਹਾ ਹੱਥ ਸੈਂਟਰ ਨੇ ਤੇ ਜਿਹੜੀਆਂ ਚੁਣੀਆਂ ਹੋਈਆਂ ਸਰਕਾਰਾਂ ਸੀਗੀਆਂ ਉਹਨਾਂ ਨੇ KPS ਗਿੱਲ, ਰਿਬੇਰੋ, ਅਜ਼ਾਰ ਆਲਮ, ਸੁਮੇਧ ਸੈਣੀ, ਇਹਨਾਂ ਸਾਰਿਆਂ ਨੂੰ ਖੁੱਲ੍ਹੀ ਛੁੱਟੀ ਦਿੱਤੀ ਕਿ ਸਿੱਖਾਂ ਨੂੰ ਗੈਰ ਕਾਨੂੰਨੀ ਤੌਰ ਤੇ ਤੁਸੀਂ ਮਾਰ ਸਕਦੇ ਹੋ। ਐਕਸਟਰਾ ਜੁਡੀਸ਼ੀਅਲ ਕਿਲਿੰਗ ਸਟੇਟ ਨੇ ਕੀਤੀਆਂ ਤੇ ਉਹ ਜਦ ਇਸ ਹੱਦ ਤੱਕ ਗੱਲ ਚਲੀ ਗਈ ਸੀ ਕਿ ਬੇਅੰਤ ਸਿੰਘ ਦਾ ਖੁੱਲ੍ਹਾ ਹੱਥ ਮਾਰਨ ਨੂੰ ਤੁਰਿਆ ਸੀ, ਫਿਰ 6ਵੇਂ ਪਾਤਸ਼ਾਹ ਦੇ ਲਾਲ ਉਹਨਾਂ ਨੇ ਉੱਠ ਕੇ ਆਪਣੀ ਮਨੁੱਖਤਾ ਅਧੀਨ ਕੰਮ ਕੀਤੇ, ਜਿਹਦੇ ਨਾਲ ਇਹ ਸਾਨੂੰ ਮਾਰਨ ਵਾਲਿਆਂ ਦੇ ਉੱਤੇ ਉਹਨਾਂ ਨੇ ਆਪਣਾ ਹੱਥ ਚੱਕਿਆ ਔਰ ਉਹ ਸਾਡੇ ਮਨੁੱਖਾਂ ਦੇ ਹੱਕਾਂ ਦੇ ਪੱਖ 'ਚ ਉਹਨਾਂ ਨੇ ਕੰਮ ਕੀਤਾ ਹੈਗਾ, ਜੋ ਭਾਰਤ ਦੇ ਕਨਸਟੀਟਿਊਸ਼ਨ 'ਚ ਵੀ ਸਾਨੂੰ ਦਿੱਤਾ ਹੋਇਆ ਹੈਗਾ ਕਿ ਅਸੀਂ ਰਾਈਟ ਟੂ ਲਾਈਫ ਰੱਖਦੇ ਹੈਗੇ ਹਾਂ। ਸੋ ਅਸੀਂ ਸਮਝਦੇ ਹਾਂ ਕਿ ਸਰਕਾਰਾਂ ਨੇ ਲਗਾਤਾਰ ਸਾਡੇ ਨਾਲ ਵਿਤਕਰਾ ਕਰਦੇ ਸਿੱਖਾਂ ਦੇ ਨਾਲ ਉਹਨਾਂ ਨੇ ਇਸ ਹੱਦ ਤੱਕ ਕਰਤਾ ਹੈਗਾ ਕਿ ਸਾਡੇ ਅੱਜ ਗੁਰੂ ਸਾਹਿਬ ਵੀ ਸੁਰੱਖਿਅਤ ਨਹੀਂ ਹੈ, ਬਰਗਾੜੀ ਦਾ ਇਨਸਾਫ ਨਹੀਂ ਮਿਲਿਆ, 328 ਸਰੂਪ ਗਾਇਬ ਹੈ, ਉਹ ਭਾਲੇ ਨਹੀਂ ਜਾ ਰਹੇ, ਉਹਦਾ ਕੋਈ ਕੇਸ ਨਹੀਂ ਦਰਜ ਕੀਤਾ, SGPC ਨੇ ਕੋਈ ਕੰਮ ਨਹੀਂ ਕੀਤਾ ਹੈਗਾ ਔਰ ਇਹ ਲਗਾਤਾਰ ਜਿਹੜਾ ਵਿਤਕਰਾ ਸਿੱਖਾਂ ਨਾਲ ਹੋ ਰਿਹਾ ਉਹਦੇ ਕਾਰਨ ਆ ਮਜਬੂਰ ਹੈ ਕੌਮ ਇੱਥੇ ਸੜਕਾਂ ਤੇ ਆ ਕੇ ਆਪਣੇ ਹੱਕ ਮੰਗਣ ਤੋਂ, ਜਿਹਦੇ ਉੱਤੇ ਇੱਕ ਵਾਰੀ ਪਹਿਲਾਂ ਕੋਟਕਪੂਰੇ ਤੇ ਬਰਗਾੜੀ ਦੇ ਵਿੱਚ ਗੋਲੀ ਵੀ ਚਲਾਈ ਗਈ ਹੈਗੀ ਹੈ। ਸੋ ਇਹ ਸਥਿਤੀ ਦੇ ਵਿੱਚ ਅੱਜ ਅਸੀਂ ਖੜੇ ਹਾਂ ਜੀ। ਮਾਨ ਜੀ, ਗੱਲ ਕੀਤੀ ਜਾਵੇ ਜਿਵੇਂ ਤੁਸੀਂ ਹਿੰਦੂ ਮੁਸਲਿਮ ਦੀ ਗੱਲ ਕੀਤੀ ਕਿ ਗੁਰੂ ਨਾਨਕ ਦੇਵ ਜੀ ਨੇ ਇੱਕ ਸਿੱਖ ਦੀ ਗੱਲ ਕੀਤੀ, ਸਭ ਦੀ ਮਤਲਬ ਧਰਮਾਂ ਨੂੰ ਇੱਕ ਕਰਤਾ ਸੀ, ਮਤਲਬ ਕੋਈ ਅਜਿਹੀ ਗੱਲ ਨਹੀਂ ਕੀਤੀ ਵੀ ਇਹ ਇਸ ਧਰਮ ਦਾ ਹੈ, ਇਸ ਧਰਮ ਦਾ, ਜਾਤ ਪਾਤ ਮਿਟਾ ਦਿੱਤੀ ਸੀ। ਜਿਵੇਂ ਤੁਸੀਂ ਗੱਲ ਕਰ ਰਹੇ ਹੋ, ਇਹੀ ਗੱਲ ਰਾਹੁਲ ਗਾਂਧੀ ਕਰਦੇ ਨਜ਼ਰ ਆਉਂਦੇ ਨੇ। ਉਹ ਵੀ ਕਹਿੰਦੇ ਨੇ ਕਿ ਮੋਦੀ ਨੇ ਅਜਿਹਾ ਕੀਤਾ ਹੋਇਆ, ਆਪਣੇ TV ਚੈਨਲਾਂ ਤੇ ਇਹ ਦਿਖਾ ਰਹੇ ਨੇ ਕਿ ਹਿੰਦੂ ਮੁਸਲਿਮ ਦੀ ਲੜਾਈ ਹੋ ਰਹੀ ਹੈ, ਹਿੰਦੂ ਮੁਸਲਿਮ। ਤਾਂ ਫਿਰ ਕੀ ਲੱਗਦਾ ਹੈ? ਕਹਿੰਦੇ ਵੀ ਜਦੋਂ ਮੈਂ ਦੇਖਿਆ, ਮੈਂ ਭਾਰਤ ਜੋੜੋ ਯਾਤਰਾ ਕੀਤੀ, ਮੈਨੂੰ ਤਾਂ ਕਿਤੇ ਨਜ਼ਰ ਨਹੀਂ ਆਇਆ ਕਿਤੇ ਹਿੰਦੂ ਲੜ ਰਿਹਾ, ਕਿਤੇ ਕੋਈ ਮੁਸਲਮਾਨ ਲੜ ਰਿਹਾ, ਕੋਈ ਸਿੱਖ ਲੜ ਰਿਹਾ। ਫਿਰ ਤੁਹਾਨੂੰ ਕੀ ਲੱਗਦਾ ਇਸ ਦੇ ਪਿੱਛੇ? ਇਹਦੇ ਰਾਜੀਵ ਗਾਂਧੀ ਨੇ ਜਦ 3 ਦਿਨ ਸਿੱਖਾਂ ਦਾ ਕਤਲੇਆਮ ਆਇਆ ਸੀ ਉਦੋਂ ਇਹਨੇ ਅੱਖਾਂ ਬੰਦ ਕਰਕੇ ਸਾਡੇ ਜਿੱਥੇ ਦਿੱਲੀ ਦੇ ਵਿੱਚ BSF, ITBP, CRPF, ਆਰਮੀ, ਨੇਵੀ, 에ਅਰਫੋਰਸ ਸਾਰੀਆਂ ਫੋਰਸਾਂ ਸੀਗੀਆਂ 3 ਦਿਨ ਆਪਣੇ ਬੈਰਕਾਂ 'ਚ ਰਹੀਆਂ ਹੈਗੀਆਂ। ਇਹਨੇ ਤਾਂ ਸ਼ਰੇਆਮ ਕਤਲੇਆਮ ਕਰਾਇਆ ਹੈਗਾ, ਇਹਨੂੰ ਤਾਂ ਉਹ ਵੀ ਨਹੀਂ ਯਾਦ ਹੈਗਾ। ਤੇ ਜਿਹੜੀ ਬੁੱਚੜਬਾਜੀ ਇਹਨਾਂ ਦੇ ਰਾਜ ਦੇ ਵਿੱਚ, ਕਾਂਗਰਸ ਦੇ ਸਰਕਾਰ ਦੇ ਵਿੱਚ ਜਦ ਮਸਜਿਦ ਢਾਇਆ ਸੀਗਾ ਅਯੋਧਿਆ ਦਾ, ਇਹਨਾਂ ਦੀ ਸਰਕਾਰ ਸੀ, ਇਹਨਾਂ ਨੇ ਉੱਥੇ ਨਹੀਂ ਰੋਕ ਪਾਈ। ਇਹ ਬੜੇ ਅੰਨੇ ਹੋਏ ਆ, ਬੋਲੇ ਹੋਏ ਆ, ਇਹਨਾਂ ਨੂੰ ਦਿਖਦਾ ਸੁਣਦਾ ਕੁਛ ਨਹੀਂ ਹੈਗਾ। ਇਹਨਾਂ ਨੇ ਜਿੱਤ ਕੇ ਫੇਰ ਉਹੀ ਕੰਮ ਕਰਨਾ ਹੈਗਾ। ਇਹ ਗੁੰਗੇ ਬੋਲੇ ਹੋ ਜਾਂਦੇ ਆ ਉਦੋਂ ਜਦ ਇਹਨਾਂ ਦੇ ਪਾਵਰ ਹੋ ਜਾਂਦੀ ਹੈ, ਹੁਣ ਇਹ ਅੰਨੇ ਬੋਲੇ ਹੋਏ ਫਿਰਦੇ ਆ ਕਿ ਸਾਨੂੰ ਦਿਖਦਾ ਕੁਛ ਨਹੀਂ ਹੈਗਾ। ਸਾਰੇ ਕਿਤੇ ਘੱਟ ਗਿਣਤੀਆਂ ਦਾ ਸ਼ਿਕਾਰ ਖੇਡਿਆ ਜਾ ਰਿਹਾ ਤੇ ਕਹਿੰਦਾ ਕੋਈ ਸਾਡੇ ਉੱਤੇ ਹੈ ਨਹੀਂ। ਹੋਂਦ ਚਿੱਲੜ ਤੁਸੀਂ ਚਲੇ ਜਾਓ, ਉੱਥੇ ਸਿੱਖ ਵੱਢ ਕੇ ਮਾਰ ਕੇ ਸੁੱਟਦੇ ਸੀਗੇ। ਇੱਧਰ ਜੰਮੂ ਕਸ਼ਮੀਰ 'ਚ ਚਲੇ ਜਾਓ, ਉੱਥੇ ਚਿੱਟੀ ਸਿੰਘਪੁਰਾ 'ਚ ਸਾਨੂੰ ਵੱਢ ਕੇ ਮਾਰਤਾ। UP 'ਚ ਚਲੇ ਜਾਓ, ਥਾਂ ਸਾਡੀ ਬੁੱਚੜਬਾਜੀ ਹੋਈ ਹੈ, ਹਿਮਾਚਲ 'ਚ ਹੋਈ ਹੈ। ਤੇ ਇਹ ਸਾਰੀਆਂ ਚੀਜ਼ਾਂ ਹੁਣ ਅਸੀਂ ਭੁੱਲ ਜਾਈਏ? ਬਿਲਕੁਲ ਨਹੀਂ, ਇਹ ਬਿਲਕੁਲ ਇਤਿਹਾਸ, ਗੈਰ ਇਤਿਹਾਸਿਕ ਗੱਲਾਂ ਕਰ ਰਿਹਾ। ਇਸ ਦੇ ਵਿੱਚ ਕੀ ਗੱਲ ਨਿਕਲਦੀ ਹੈ, ਕਿਉਂਕਿ ਤੁਸੀਂ ਵੀ ਸਿਆਸਤ ਦੇ ਨਾਲ ਜੁੜੇ ਹੋਏ ਹੋ, ਤਾਂ ਘਰ ਦੇ ਵਿੱਚ ਸਿਆਸਤ ਹੁੰਦੀ ਆ। ਜਿਵੇਂ ਇੱਕ ਸਿਆਸਤ ਕਹਿੰਦੇ ਘਰ ਦੇ ਵਿੱਚ ਪਹਿਲਾਂ ਪੀੜ੍ਹੀ ਥੱਲੇ ਛੋਟਾ ਮਾਰਨਾ ਚਾਹੀਦਾ ਹੈ ਹਰ ਇੱਕ ਨੂੰ। ਪੰਜਾਬ ਦੀ ਸਟੇਟ ਦੀ ਗੱਲ ਹੁੰਦੀ ਹੈ, ਇਹ ਗੱਲ ਹੁੰਦੀ ਹੈ ਕਿ ਬੰਦੀ ਸਿੰਘਾਂ ਨੂੰ ਰਿਹਾ ਕਰਨ ਵਾਸਤੇ ਪੰਜਾਬ ਸਰਕਾਰ ਨੂੰ ਕੋਈ ਉਪਰਾਲਾ ਕਰਨਾ ਚਾਹੀਦਾ, ਉਹਨਾਂ ਨੂੰ ਮਤੇ ਪਾਸ ਕਰਵਾਉਣੇ ਚਾਹੀਦੇ ਨੇ। ਤੁਹਾਡੇ ਵੀ ਜਿਹੜੇ ਪਿਤਾ ਜੀ ਨੇ ਉਹ ਵੀ ਮੈਂਬਰ ਆਫ ਪਾਰਲੀਮੈਂਟ ਨੇ, ਤਾਂ ਤੁਸੀਂ ਕਿਵੇਂ ਦੇਖਦੇ ਹੋ? ਉਹਨਾਂ ਨੇ ਲਗਾਤਾਰ ਆਵਾਜ਼ ਚੁੱਕਣ ਦੀ ਕੋਸ਼ਿਸ਼ ਕੀਤੀ ਹੈ, ਪਰ ਇੱਕ ਦੇ ਨਾਲ ਨਹੀਂ, ਕਹਿੰਦੇ ਸਭ ਨੂੰ ਇਕਜੁੱਟ ਹੋਣਾ ਚਾਹੀਦਾ। ਹਵਾਰਾ ਜੀ ਦਾ ਵੀ ਮੈਸੇਜ ਹੈ ਕਿ ਸੰਗਤ ਇੱਕ ਹੋਵੇ, ਸਿੱਖ ਇੱਕ ਹੋਣ, ਸਾਰੀ ਕੌਮ ਇੱਕ ਹੋਵੇ, ਫਿਰ ਜਾ ਕੇ ਲੜਾਈ ਜਿੱਤੀ ਜਾ ਸਕਦੀ ਹੈ। ਪਰ ਕੀ ਨਿਕਲਦਾ ਇਸ ਦਾ ਸਿੱਟਾ ਕਿ ਵਾਕਈ ਇੱਕ ਹੋ ਜਾਣਗੇ, ਵਾਕਈ ਲੜਾਈ ਜਿੱਤੀ ਜਾ ਸਕਦੀ ਹੈ? ਜਿਵੇਂ ਵੱਖ-ਵੱਖ ਥਾਵਾਂ 'ਤੇ ਮੋਰਚੇ ਲੱਗਦੇ ਨੇ, ਪਹਿਲਾਂ ਬਾਈਬਲ ਕਲਾਂ ਲੱਗਦਾ ਰਿਹਾ, ਉੱਥੇ ਸੁਖਰਾਜ ਹਜੇ ਵੀ ਬੈਠੇ ਹੋਏ ਨੇ, ਤਾਂ ਭਾਈ ਬਡਾਲਾ ਜੀ ਬੈਠੇ ਹੋਏ ਨੇ। ਫਿਰ ਕੀ ਲੱਗਦਾ, ਫਿਰ ਮੋਰਚੇ ਇੱਥੇ ਆਉਣਗੇ? ਕਿਸਾਨ ਜਥੇਬੰਦੀਆਂ ਪਹੁੰਚ ਰਹੇ ਨੇ, ਇੱਥੇ ਆਉਣਗੇ ਸਾਰੇ? ਜ਼ਰੂਰ ਸਾਨੂੰ ਇਕਮੁੱਠ ਹੋ ਕੇ ਮੰਗ ਕਰਨੀ ਚਾਹੀਦੀ ਹੈ ਔਰ ਇਹ ਇੱਕ ਸਮੇਂ ਤੇ ਇਕਮੁੱਠ ਆਪਾਂ ਹੋਏ ਵੀ ਹੈ, ਪਰ ਉਹ ਉਦੋਂ ਸੀ ਜਿਹੜਾ ਵੀ ਬੰਦਾ ਸਰਕਾਰ 'ਚ ਨਹੀਂ ਸੀ ਹੁੰਦਾ ਉਹ ਸਾਡੇ ਮੋਰਚਿਆਂ 'ਤੇ ਆ ਕੇ ਬਹਿ ਜਾਂਦਾ ਸੀ। ਜਿਹੜਾ ਸਰਕਾਰ 'ਚ ਚਲੇ ਗਿਆ ਉਹ ਝੂਠੇ ਵਾਅਦੇ ਕਰਕੇ ਆਪਣਾ ਟਾਈਮ ਬਚਾਉਂਦਾ ਰਿਹਾ ਹੈਗਾ। ਇਹਦਾ ਅਸੈਂਬਲੀ 'ਚ ਮਤਾ ਹੋਣਾ ਚਾਹੀਦਾ ਹੈ। ਪਾਰਲੀਮੈਂਟ 'ਚ ਸਰ ਸਿਮਰਨਜੀਤ ਸਿੰਘ ਮਾਨ ਬੋਲੇ ਆ, ਹੋਰ ਜਿਹੜੇ ਪੰਜਾਬ ਤੇ ਸਿੱਖ ਸੰਬੰਧਿਤ MP ਜਾਂ ਇਨਸਾਫ ਸੰਬੰਧਿਤ MP ਹੈ ਉਹਨਾਂ ਨੂੰ ਇਹਦੇ ਉੱਤੇ ਜ਼ਰੂਰ ਕੰਮ ਕਰਨਾ ਚਾਹੀਦਾ ਹੈਗਾ। ਇਹਦੇ ਉੱਤੇ ਇੱਕ ਇਸ ਤਰ੍ਹਾਂ ਹੋਣਾ ਚਾਹੀਦਾ ਅਸੂਲ ਅਧੀਨ। ਐ ਨਹੀਂ ਹੋ ਸਕਦਾ ਹੈਗਾ ਕਿ ਤੁਸੀਂ
ਕਹੋ ਕੁਛ ਤੇ ਆ ਕੇ ਉਰੇ ਪਲੋਸ ਕੇ ਚਲੇ ਜਾਓ। ਤੇ ਐਂ ਵੀ ਨਹੀਂ ਹੋ ਸਕਦਾ ਹੈਗਾ ਕਿ ਤੁਹਾਨੂੰ ਲੋਕ ਸਵਾਲ ਨਾ ਪੁੱਛਣਗੇ ਤੁਸੀਂ ਪਿੱਛੇ ਕੀ ਕੀਤਾ, ਸਾਨੂੰ ਵੀ ਪੁੱਛਣਗੇ, ਹੋਰਾਂ ਨੂੰ ਵੀ ਪੁੱਛਣਗੇ। ਇਹ ਸਾਡਾ ਜਮਹੂਰੀਅਤ ਹੱਕ ਹੈ। ਮਾਨ ਜੀ, ਇਸ ਦੇ ਵਿੱਚ ਗੱਲ ਕੀਤੀ ਜਾਵੇ ਸੁਖਬੀਰ ਸਿੰਘ ਬਾਦਲ ਦੀ ਗੱਲ ਕੀਤੀ ਜਾਵੇ, ਹਰਸਿਮਰਤ ਕੌਰ ਬਾਦਲ ਜੀ ਦੀ ਗੱਲ ਕੀਤੀ ਜਾਵੇ, ਤਾਂ ਜਦੋਂ ਉਹਨਾਂ ਦੀ ਸਰਕਾਰ ਰਹਿੰਦੀ ਹੈ ਸਿੱਖ ਕੌਮ ਆਮ ਤੌਰ 'ਤੇ ਹੀ ਸਵਾਲ ਕਰਦੀ ਹੈ ਕਿ ਉਦੋਂ ਕਿਉਂ ਨਹੀਂ ਇਹਨਾਂ ਨੇ ਗੱਲ ਚੁੱਕੀ, ਉਦੋਂ ਕਿਉਂ ਨਹੀਂ ਸ਼੍ਰੋਮਣੀ ਕਮੇਟੀ ਸਾਹਮਣੇ ਆਈ, ਉਦੋਂ ਕਿਉਂ ਨਹੀਂ ਸਾਈਨ ਕਰਵਾਏ, ਤਾਂ ਹੁਣੇ ਕਿਉਂ ਸਾਹਮਣੇ ਆ ਰਹੇ ਹੁਣ। ਫਿਰ ਜੇ ਗੱਲ ਕੀਤੀ ਜਾਵੇ ਜਦੋਂ ਵੀ ਕੋਈ ਸੈਸ਼ਨ ਚੱਲਦਾ ਉੱਥੇ ਜਾ ਕੇ ਫਿਰ ਕਹਿ ਜਾਂਦੇ ਧੱਕੀਆਂ ਲੈ ਕੇ ਖੜ ਜਾਂਦੇ ਨੇ, ਪਹਿਲਾਂ ਕਿਉਂ ਨਹੀਂ ਆਵਾਜ਼ ਚੁੱਕੀ? ਇਹ ਬਹੁਤ ਸਹੀ ਸਵਾਲ ਸੰਗਤ ਪੁੱਛ ਰਹੀ ਹੈ, ਮੈਂ ਇਹਨਾਂ ਨਾਲ ਸਹਿਮਤ ਹਾਂ। ਇਹਨਾਂ ਨੂੰ ਜਵਾਬ ਦੇਣਾ ਚਾਹੀਦਾ ਹੈ। ਮੇਰੇ ਹਿਸਾਬ ਨਾਲ ਤਾਂ ਇਹ ਸੈਂਟਰ ਨਾਲ ਮਿਲ ਜਾਂਦੇ ਆ, ਮਿਲ ਕੇ ਉੱਥੇ ਜੋ ਸੈਂਟਰ ਕਹਿੰਦਾ ਉਹੀ ਕਰਦੇ ਆ, ਆਪਣਾ ਨਿੱਜ ਫਾਇਦਾ ਕੱਢ ਲੈਂਦੇ ਆ, ਆਪਣੀਆਂ ਜਾਇਦਾਦਾਂ ਵਧਾ ਲੈਂਦੇ ਆ, ਆਪਣੇ ਕਾਰੋਬਾਰ ਚਲਾ ਲੈਂਦੇ ਹੈਗੇ ਆ, ਇੱਥੇ ਅੱਖਾਂ 'ਚ ਧੂੜ ਪਾ ਕੇ ਆਪਣਾ ਚੱਲਦੇ ਬਣਦੇ ਆ। ਤਾਂ ਇਸ ਦੇ ਵਿੱਚ ਹੁਣ ਕੀ ਰਾਹ ਰਹੇਗਾ? ਕਿਉਂਕਿ ਕੱਲ੍ਹ ਵੀ ਅਗਰ ਜੇ ਗੱਲ ਕੀਤੀ ਜਾਵੇ, ਪਹਿਲਾਂ ਦੱਦੂਵਾਲ ਦਾ ਵਿਰੋਧ ਹੋਇਆ, ਉਸ ਤੋਂ ਬਾਅਦ ਧਾਮੀ ਦਾ ਵਿਰੋਧ ਹੋਇਆ, ਐਡਵੋਕੇਟ ਧਾਮੀ ਜੋ ਪਹੁੰਚੇ ਸੀ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ, ਤਾਂ ਇਸ ਦੇ ਵਿੱਚ ਨਿਕਲੇਗਾ ਕੀ ਲੱਗਦਾ? ਵਿਰੋਧ ਹੋਣੇ ਚਾਹੀਦੇ ਨੇ ਜਾਂ ਫਿਰ ਉਹਨਾਂ ਨੂੰ ਇੱਕ ਸਵਾਲ ਪੁੱਛਣੇ ਚਾਹੀਦੇ ਨੇ ਸਵਾਲਾਂ ਦੇ ਤੌਰ 'ਤੇ, ਕਿਉਂਕਿ ਗੱਡੀਆਂ ਤੋੜੀਆਂ ਗਈਆਂ ਨੇ ਕੱਲ੍ਹ? ਦੇਖੋ ਜਿਹੜਾ ਇਹ ਵਿਰੋਧ ਦੀ ਗੱਲ ਨਹੀਂ ਹੈ, ਇਹ ਹੈਗੀ ਆ ਅਸੂਲ ਦੀ। ਸਾਡੇ ਗੁਰੂ ਘਰ ਦੇ ਚੋਣ 12 ਸਾਲ ਕਿਉਂ ਨਹੀਂ ਹੋ ਰਹੇ? SGPC ਹੁਣ 2011 'ਚ ਚੁਣੀ ਗਈ ਸੀ, 16 'ਚ ਹੋਣਾ ਚਾਹੀਦਾ ਸੀ, 21 'ਚ ਫੇਰ ਹੋਣਾ ਚਾਹੀਦਾ ਸੀ, ਅਸੀਂ ਹੁਣ 23 'ਚ ਬੈਠੇ ਹਾਂ। ਠੀਕ ਹੈ ਨਾ ਜੀ। ਹੁਣ 12-13 ਸਾਲ ਸਾਡਾ ਚੋਣ ਨਹੀਂ ਹੋਇਆ ਹੈਗਾ, ਫਿਰ ਇਹ ਪ੍ਰਧਾਨ ਕਿਵੇਂ ਹੈ? ਇਹ ਪ੍ਰਧਾਨ ਕਿਹਦਾ ਹੈ? ਚੁਣਿਆ ਤਾਂ ਅਸੀਂ ਹੈ ਨਹੀਂ ਗਾ, ਇਹ ਆਪਣੇ ਆਪ ਹੀ ਸਰਕਾਰ ਬਣਾਈ ਜਾਂਦੀ ਹੈ, ਫਿਰ ਸਰਕਾਰੀ ਪ੍ਰਧਾਨ ਹੈ। ਠੀਕ ਹੈ ਨਾ ਜੀ। ਹੁਣ ਜਦ ਤੁਸੀਂ ਸਰਕਾਰ ਦੇ ਪੱਖ 'ਚ ਹੋਗੇ, ਜਿਹੜੀ ਸਰਕਾਰ ਸਾਡੇ ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕਰਦੀ, ਤੇ ਤੁਸੀਂ ਉਹਦੇ ਬਾਰੇ ਬੋਲਦੇ ਹੀ ਨਹੀਂ ਕਿ ਸਾਡਾ ਚੋਣ ਹੋਣਾ ਚਾਹੀਦਾ, ਸਾਡਾ ਮੁੜ ਕੇ ਹਾਊਸ ਬਣਨਾ ਚਾਹੀਦਾ ਜਿਹਦੇ ਵਿੱਚ ਸਾਰਿਆਂ ਦੇ ਮਤ ਪੈ ਕੇ ਮਤਦਾਨ ਹੋ ਕੇ ਕੋਈ ਅੱਗੇ ਆਉਂਦਾ ਹੈ, ਉਹ ਸਾਡੇ ਮਤਦੀਨ ਮੂਹਰੇ ਹੋ ਕੇ ਸਾਡਾ ਨੁਮਾਇੰਦਾ ਬਣੇ। ਇਹ ਕਿਸ ਚੀਜ਼ ਦੇ ਨੁਮਾਇੰਦੇ ਆ? ਇਹਨਾਂ ਦਾ ਤਾਂ ਚੋਣ ਹੀ ਨਹੀਂ ਹੋਇਆ ਹੈਗਾ। ਸੋ ਆਪਾਂ ਕਹੀ ਜਾਂਦੇ ਆ ਕਿ ਉਹਦਾ ਅਪਮਾਨ ਹੋ ਗਿਆ, ਉਹਦਾ ਅਪਮਾਨ ਹੋ ਗਿਆ, ਪਰ ਕਿੰਨਾ ਅਪਮਾਨ ਉਹਨਾਂ ਨੇ ਸੰਗਤ ਦਾ ਕੀਤਾ? ਤੁਸੀਂ ਚੋਣ ਹੀ ਨਹੀਂ ਕਰਦੇ, ਤੁਸੀਂ ਸੰਗਤ ਦੇ ਸਾਹਮਣੇ ਪੇਸ਼ ਹੀ ਨਹੀਂ ਹੁੰਦੇ। ਜੇ ਸੰਗਤ ਦੇ ਸਾਹਮਣੇ ਤੁਸੀਂ ਪੇਸ਼ ਹੁੰਦੀ ਹੈ, ਸੰਗਤ ਤੁਹਾਡੇ ਤੋਂ ਸਵਾਲ ਪੁੱਛ ਲੈ ਕਿ ਭਾਈ ਤੁਸੀਂ ਦੱਸੋ ਤੁਸੀਂ ਕੀ ਕੀਤਾ ਹੈਗਾ, ਆਪਣੀ ਕਾਰਜਕਾਰੀ ਕੀ ਕੀਤੀ ਹੈ, 328 ਸਰੂਪ ਕਿੱਥੇ ਹੈ? ਫਿਰ ਤੁਸੀਂ ਕਹਿੰਦੇ ਹਾਏ ਸਾਨੂੰ ਮਾਰਤਾ ਕੁੱਟਤਾ। ਇਹ ਕੋਈ ਗੱਲ ਹੈ? ਤੁਸੀਂ ਨਿਯਮ ਅਧੀਨ ਆਪਣੀ ਚੋਣ ਕਰੋ, ਨਿਯਮ ਅਧੀਨ ਤੁਸੀਂ ਆਪਦਾ ਕਰ ਲਓ। ਹੁਣ ਇੱਥੇ ਜਲੰਧਰ 'ਚ ਦੇਹਾਂਤ ਹੋਈ ਹੈ MP ਸਾਹਿਬ ਦੀ, ਤੇ ਨਾਲ ਦੀ ਨਾਲ ਉਹਦਾ ਚੋਣ ਹੋ ਜਾਣਾ। ਸੰਗਰੂਰ 'ਚ ਰਿਟਾਇਰ ਕੀਤੇ ਹੈ ਭਗਵੰਤ ਮਾਨ, ਨਾਲ ਦੀ ਨਾਲ ਉੱਥੇ ਚੋਣ ਹੋ ਗਿਆ ਹੈਗਾ। ਪਰ ਸਾਡੇ ਗੁਰੂ ਘਰਾਂ ਦੇ ਚੋਣ ਕਿਉਂ ਨਹੀਂ ਹੁੰਦੇ? ਜਦ ਸਾਨੂੰ ਮੌਕਾ ਜਮਹੂਰੀਅਤ ਅਮਨ ਪਸੰਦ ਤਰੀਕੇ ਨਾਲ ਜਿਉਣ ਦਾ ਦਿੰਦੀ ਨਹੀਂ ਸਰਕਾਰ, ਫਿਰ ਸਾਡੇ ਉੱਤੇ ਇਲਜ਼ਾਮ ਕਿਵੇਂ ਲੱਗ ਸਕਦਾ ਕਿ ਤੁਸੀਂ ਆਪਣਾ ਗੁੱਸਾ ਪ੍ਰਗਟ ਕਰਦੇ ਹੋ? ਉਹ ਤਾਂ ਹੋਣਾ ਹੀ ਹੈ। ਗਿਵ ਅਸ ਡੈਮੋਕ੍ਰੇਸੀ, ਗਿਵ ਅਸ ਫਰੀडम, ਗਿਵ ਅਸ ਪੀਸ, ਵੀ ਵਿਲ ਐਕਸੈਪਟ ਇਟ। ਪਰ ਜੇ ਤੁਸੀਂ ਜਬਰੀ ਸਵਾਲ ਕਰਨ ਦਾ ਹੱਕ ਹੈ, ਗੱਡੀ ਤੋੜਨ ਦਾ? ਸਾਧ ਸੰਗਤ ਜੀ, ਮੈਂ ਤਾਂ ਇਹੀ ਦੇਖਿਆ ਕਿ ਜਦ ਅਸੀਂ ਨਿਹੱਥੇ ਹੋ ਕੇ ਕੱਥੂ ਨੰਗਲ ਗਏ ਸੀਗੇ, ਕੱਥੂ ਨੰਗਲ SGPC ਨੇ ਸਟੇਜ ਲਾਇਆ ਸੀ, ਉੱਥੇ ਚੌਟਾਲਾ ਜਿਹੜਾ ਟੀਚਰਾਂ ਦੀਆਂ ਨੌਕਰੀਆਂ ਤੇ ਪੈਸੇ ਕਮਾ ਕੇ ਉਹਨੂੰ ਸਟੇਜ ਤੇ ਬਿਠਾਇਆ ਸੀ। ਸੁਸ਼ਮਾ ਸਵਰਾਜ ਜਿਹੜੀ ਗੰਗੂ ਨੂੰ ਕਹਿੰਦੀ ਸੀ ਠੀਕ ਬੰਦਾ ਹੈਗਾ, ਉਹਨੂੰ ਸਟੇਜ ਤੇ ਬਿਠਾਇਆ ਸੀ। ਅਸੀਂ ਜਦ ਗਏ, SGPC ਨੇ ਤਲਵਾਰਾਂ ਗੋਲੀਆਂ ਦੇ ਨਾਲ ਮੇਰੇ ਪ੍ਰਧਾਨ ਦੇ ਪੱਗ ਲਾ ਕੇ ਉੱਥੇ ਮਾਰ ਕੁੱਟ ਕੇ ਸਾਨੂੰ ਬਾਹਰ ਕੱਢਿਆ ਸੀ। ਉਦੋਂ ਕੋਈ ਕੇਸ ਨਹੀਂ ਹੋਇਆ, ਕਿਸੇ ਨੇ ਕੋਈ ਮਾੜਾ ਨਹੀਂ ਕੀਤਾ, ਸਗੋਂ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਆ ਇਹਨਾਂ ਦੇ ਆਪਸ ਦੀ ਲੜਾਈ ਹੈ ਬਹੁਤ ਵਧੀਆ ਹੈਗੀ ਹੈ। ਠੀਕ ਹੈ ਨਾ ਜੀ। ਇਹੋ ਜਿਹੇ ਹਾਲਾਤ ਇਹਨਾਂ ਨੇ ਪੈਦਾ ਕੀਤੇ, ਤੇ ਇਹਨਾਂ ਦਾ ਉਸ ਸਮੇਂ ਦਾ ਜਿਹੜਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ ਵਿਦਾਂਤੀ, ਉਹਨਾਂ ਦਾ ਬਿਆਨ ਸੀ ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮਾਨਤੇ ਹੈ। ਇਹ ਸਾਡੇ ਬਾਰੇ ਕਿਹਾ ਗਿਆ ਸੀਗਾ। ਸੋ ਮੈਨੂੰ ਅੱਜ ਧਾਮੀ ਸਾਹਿਬ ਦੱਸਣ ਕਿ ਉਹ ਗਿਆਨੀ ਵਿਦਾਂਤੀ ਦੀ ਸੋਚ ਅਧੀਨ ਖੜਦੇ ਆ ਕਿ ਨਹੀਂ ਖੜਦੇ। ਜੇ ਖੜਦੇ ਆ ਫਿਰ ਰੌਲਾ ਕੀ ਹੈ? ਲਾਸਟ ਸਵਾਲ ਕਰਨਾ ਚਾਹਾਂਗਾ। ਕੁਝ ਸਮਾਂ ਪਹਿਲਾਂ ਹੀ ਚੋਣਾਂ ਹੋਈਆਂ ਨੇ, ਤਾਂ ਬੀਬੀ ਜਗੀਰ ਕੌਰ ਵੀ ਅੱਡ ਹੋ ਗਏ। ਉਹਨਾਂ ਨੇ ਸਾਫ਼ ਤੌਰ ਤੇ ਇੱਕ ਚੱਕ ਦਿੱਤਾ ਸੀ ਕੱਪੜਾ ਕਿ ਲਿਫਾਫੇ 'ਚੋਂ ਨਿਕਲਦੇ ਆ। ਉਹਨਾਂ ਨੇ ਸਾਫ਼ ਤੌਰ ਤੇ ਕਹਿ ਦਿੱਤਾ ਸੀ, ਉਹਨਾਂ ਨੂੰ ਵੋਟਾਂ ਵੀ ਜਿਹੜੀਆਂ ਨੇ ਕਾਫੀ ਪੈ ਗਈਆਂ ਸੀ, ਉਹਨਾਂ ਨੇ ਕਹਿ ਦਿੱਤਾ ਸੀ ਅਗਲੀ ਵਾਰ ਜ਼ਰੂਰ ਜਿੱਤਾਂਗੇ। ਫਿਰ ਕੀ ਲੱਗਦਾ, ਫਿਰ ਅਗਲੀ ਵਾਰ ਦੀ ਕੀ ਤਿਆਰੀ ਹੈ? ਕੀ ਲੱਗਦਾ ਬੀਬੀ ਜਗੀਰ ਕੌਰ ਨਾਲ ਬਾਕੀ ਦੇ ਸਾਰੇ ਤੁਸੀਂ ਚੱਲੋਗੇ? ਭਾਜੀ ਉਹ ਕੋਈ ਚੋਣ ਹੈ? ਜਿਨ੍ਹਾਂ ਨੂੰ 16 'ਚ ਚੁਣ ਕੇ ਚੋਣ ਲਈ ਆਉਣਾ ਚਾਹੀਦਾ ਸੀ, 21 'ਚ ਆਉਣਾ ਚਾਹੀਦਾ ਸੀ, ਜਿਨ੍ਹਾਂ ਦੀ ਕੋਈ ਬੁਨਿਆਦ ਹੀ ਨਹੀਂ ਰਹਿ ਗਈ, ਉਹ ਆਪਸ 'ਚ ਬੈਠ ਕੇ ਕਹਿ ਲੈਣ ਕਿ ਤੂੰ ਬਣ ਜਾ। ਸੰਗਤ ਤੋਂ ਪੁੱਛਿਆ ਉਹਨਾਂ ਨੇ? ਇਹ ਕੀ ਚੋਣ ਹੈ? ਇਹ ਅੱਖਾਂ 'ਚ ਧੂੜ ਪਾਣੀ ਵਾਲੀ ਗੱਲ ਹੈ। ਕੋਈ ਚੋਣ ਨਹੀਂ ਹੈਗਾ, ਬੇਵਕੂਫੀ ਹੈ ਇਹ। ਸਟੰਟ ਹੈ ਕੋਈ? ਯਾਰ
ਚੋਣ ਤਾਂ ਉਹ ਹੁੰਦਾ ਜਿਹੜਾ ਸੰਗਤ ਤੋਂ ਫਤਵਾ ਲਵੇ। ਇਹ ਆਪਸ 'ਚ ਬੈਠ ਕੇ 117 ਬੰਦੇ ਕਹਿੰਦੇ ਮੈਂ ਇਹਨੂੰ ਪਾਣੀ ਉਹਨੂੰ ਪਾਣੀ, ਕੀ ਮਤਲਬ ਇਹਨਾਂ ਦਾ? ਜਾ ਕੇ ਸੰਗਤ ਦੇ ਸਾਹਮਣੇ ਪੇਸ਼ ਹੋ, ਉਹਨਾਂ ਦਾ ਫਤਵਾ ਲਓ, ਫਿਰ ਆਪਣਾ ਪ੍ਰਧਾਨ ਚੁਣੋ। ਜੇ ਤੁਸੀਂ ਸੰਗਤ ਕੋਲੇ ਜਾਣਾ ਨਹੀਂ, ਆਪਸ 'ਚ ਵੰਡੀ ਜਾਣੀ ਹੈ ਪ੍ਰਧਾਨਗੀ। ਇੱਕ ਵਾਰੀ ਬੀਬੀ ਬਣ ਗਈ, ਇੱਕ ਵਾਰੀ ਉਹ ਉਦੋਂ ਜਦ ਮੈਂ ਬਣੀ ਸੀ ਉਦੋਂ ਲਿਫਾਫੇ 'ਚ ਨਹੀਂ ਨਿਕਲੀ, ਹੁਣ ਲਿਫਾਫੇ 'ਚੋਂ ਨਿਕਲ ਰਿਹਾ। ਇਹ ਸਟੰਟ ਹੈ, ਤੁਸੀਂ ਵੀ ਇਸ 'ਚ ਫਸੇ ਹੋਏ ਹੋ, ਸਾਨੂੰ ਵੀ ਇਸ 'ਚ ਸਵਾਲ ਪੁੱਛ ਕੇ ਪਾ ਰਹੇ ਹੋ। ਇਹ ਫਰਾਡ ਹੈ। ਇਸ ਗਵਰਨਮੈਂਟ ਆਫ ਇੰਡੀਆ ਨੇ ਸਾਡੇ ਚੋਣ ਰੋਕ ਕੇ ਫਰਾਡ ਕੀਤਾ ਹੋਇਆ। ਬਾਰ-ਬਾਰ ਦੁਹਰਾਇਆ ਜਾ ਰਿਹਾ ਹੈ ਕਿ ਉਰੇ ਜਦ ਬਾਦਲ ਦਲ ਦੇ ਨੁਮਾਇੰਦੇ ਆਏ ਹੈ ਜਾਂ ਆਰਐਸਐਸ ਬੀਜੇਪੀ ਦੇ ਨੁਮਾਇੰਦੇ ਆਏ ਹੈ, ਉਹਨਾਂ ਦੇ ਨਾਲ ਨਾਰਾਜ਼ਗੀ ਪੇਸ਼ ਕੀਤੀ ਗਈ ਹੈ। ਇਹ ਪਹਿਲੀ ਵਾਰ ਨਹੀਂ ਹੋਇਆ। ਜਦ ਕਿਸਾਨੀ ਮੋਰਚਾ ਸ਼ੁਰੂ ਹੋਇਆ ਸੀ, ਉੱਥੇ ਵੀ ਜਿੱਥੇ ਬਾਦਲ ਕੇ ਆਪਣੀ ਚੌਧਰ ਲੈ ਕੇ ਜਾਂਦੇ ਸੀ, ਉਹਨਾਂ ਨੂੰ ਸੰਗਤਾਂ ਨੇ ਇਨਕਾਰ ਕੀਤਾ ਸੀ, ਪਰ ਮੋਰਚਾ ਸਫਲ ਰਿਹਾ ਸੀ ਤੇ ਚੱਲਿਆ ਗਿਆ, ਕਿਉਂਕਿ ਉਹ ਮੁੱਦਾ ਸਹੀ ਸੀ। ਇਸ ਵਾਰੀ ਮੁੱਦਾ ਵੀ ਸਹੀ ਹੈ। ਇਹਨਾਂ ਦੇ ਜਿਹੜੇ ਆਣ ਤੇ ਇਹਨਾਂ ਨੇ ਹੰਕਾਰ ਦਿਖਾਇਆ, ਔਰ ਜਿਹੜੇ ਦਲ ਨਾਲ ਸੰਬੰਧਿਤ ਹੈ, ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਗਲਤੀਆਂ ਕਰਕੇ ਅੱਜ ਇਸ ਸਥਿਤੀ 'ਚ ਸਾਨੂੰ ਫਸਾਇਆ ਹੋਇਆ, ਇਹ ਉਹਦਾ ਨਤੀਜਾ ਹੈ। ਇਹਦੇ ਨਾਲ ਮੋਰਚਾ ਨਹੀਂ ਖਤਮ ਹੋਣਾ। ਜੀ ਬਹੁਤ ਸ਼ੁਕਰੀਆ। ਇਮਾਨ ਸਿੰਘ ਜੀ ਸਾਡੇ ਨਾਲ ਸੀ ਤਾਂ ਸਾਫ਼ ਤੌਰ ਤੇ ਇਹਨਾਂ ਨੇ ਸਵਾਲ ਚੁੱਕੇ ਨੇ, ਤਾਂ ਇਹਨਾਂ ਨੇ ਇੱਕ ਕਲੀਅਰ ਕਰ ਦਿੱਤਾ ਗਿਆ ਜਿਹੜੀ ਚੋਣ ਆਈ ਸੀ ਉਹ ਇੱਕ ਇਹਨਾਂ ਦਾ ਸਟੰਟ ਸੀ। ਪਰ ਇਸ ਦੇ ਵਿੱਚ ਸਿੱਖ ਕੌਮ ਕਿਸ ਤਰ੍ਹਾਂ ਦੇਖਦੀ ਹੈ ਕਿ ਐਸਜੀਪੀਸੀ ਦੀਆਂ ਚੋਣਾਂ ਕਦੋਂ ਹੋਣਗੀਆਂ, ਜਿਸ ਨੂੰ ਸਿੱਖ ਕੌਮ ਮੰਨੇਗੀ? ਕਿਉਂਕਿ ਅਗਰ ਜੇ ਪਹਿਲਾਂ ਦੀ ਗੱਲ ਕੀਤੀ ਜਾਵੇ, ਜਗਤਾਰ ਸਿੰਘ ਹਵਾਰਾ ਜੀ ਨੂੰ ਚੁਣਿਆ ਜਾਂਦਾ ਹੈ, ਅਕਾਲ ਤਖਤ ਸਾਹਿਬ ਦੇ ਜਥੇਦਾਰ ਚੁਣਿਆ ਜਾਂਦਾ ਹੈ ਇੱਕ ਸਿੱਖ ਕੌਮ ਦੇ ਵਿੱਚ, ਕਿਉਂਕਿ ਬਹੁਤ ਸਿੱਖ ਸੰਗਤ ਉੱਥੇ ਇਕੱਠੀ ਹੋਈ ਸੀ, ਉਦੋਂ ਚੁਣੇ ਜਾਂਦੇ ਸੀ। ਪਰ ਇਸ ਵਾਰੀ ਚੋਣ ਕੀ ਹੋਏਗੀ? ਵੱਖ-ਵੱਖ ਤਸਵੀਰਾਂ ਜਿਹੜੀਆਂ ਨੇ ਮੋਰਚੇ ਤੋਂ ਤੁਹਾਨੂੰ ਸਾਂਝੇ ਕਰ ਰਹੇ ਨੇ। ਤੁਸੀਂ ਵਿਚਾਰ ਸਾਡੇ ਨਾਲ